ਹੈਲੋ ਸਟੂਡੈਂਟਸ, ਅੱਜ ਆਪਾਂ ਮੈਥ ਦਾ ਇੱਕ ਟੌਪਿਕ ਹੈ ਜਿਓਮੈਟਰੀ, ਉਹਦੇ ਬਾਰੇ ਡਿਸਕਸ ਕਰਾਂਗੇ। ਜੋ ਅੱਜ ਕੱਲ੍ਹ ਜੋ ਤੁਹਾਨੂੰ YouTube 'ਤੇ ਅਪਰੋਕਸੀਮੇਟ ਮਿਲੂਗਾ ਹੀ ਨਹੀਂ ਕਈ ਥਾਵਾਂ 'ਤੇ, ਕਿਉਂਕਿ PSTET ਜੋ ਐਗਜ਼ਾਮ 1 ਐਂਡ 2 ਹੈ ਉਹਦੇ ਵਿੱਚ ਇਹ ਜਿਓਮੈਟਰੀ ਚੈਪਟਰ ਹੈ। ਉਹ ਅਪਰੋਕਸੀਮੇਟ ਹਰੇਕ ਕੁਐਸ਼ਨ 2 ਜਾਂ 3 ਕੁਐਸ਼ਨ ਪੁੱਛਦਾ ਉਹਦੇ 'ਚੋਂ। ਅਤੇ ਅੱਜ ਇਸੇ ਹੀ ਚੈਪਟਰ ਨੂੰ ਆਪਾਂ ਅੱਜ ਉਹਦਾ ਬੇਸਿਕ ਕਰਾਂਗੇ, ਫਿਰ ਨੈਕਸਟ ਕਲਾਸਾਂ 'ਚ ਉਹਦੇ ਕੁਐਸ਼ਨ ਸੋਲਵ ਕਰਾਂਗੇ। ਤਾਂ ਅੱਜ ਜੋ ਇਹ ਵੀਡੀਓ ਹੈ ਉਹਦੇ ਤਾਂ ਆਪਾਂ ਸਿਰਫ ਬੇਸਿਕ ਬਾਰੇ ਹੀ ਡਿਟੇਲ 'ਚ ਕਰਾਂਗੇ, ਅਤੇ ਬੇਸਿਕ ਜਿੰਨਾ ਹੋ ਸਕੇ ਜਿਓਮੈਟਰੀ ਦਾ ਕਲੀਅਰ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਬੇਸਿਕ ਜੇ ਤੱਕ ਕਲੀਅਰ ਨਹੀਂ ਗਾ ਤਾਂ ਜਿਓਮੈਟਰੀ ਆਪਾਂ ਬਿਲਕੁਲ ਹੀ ਨਾ ਬਰਾਬਰ ਹੀ ਹੈ। ਅਤੇ ਦੇਖੋ, ਫਸਟ ਵਿੱਚ ਜ਼ਿਆਦਾ ਟਾਈਮ ਨਹੀਂ ਲੈਂਦਾ ਮੈਂ ਤੁਹਾਡਾ। ਤਾਂ ਫਸਟ ਹੈ ਜਿਓਮੈਟਰੀ ਦਾ ਜੋ ਬੇਸਿਕ ਕਨਸੈਪਟ ਹੁੰਦਾ ਹੈ, ਉਹ ਸਟਾਰਟ ਹੁੰਦਾ ਹੈ ਕਿ ਲਾਈਨ ਸੈਗਮੈਂਟ ਐਂਡ ਰੇ। ਇੱਥੋਂ ਸਟਾਰਟ ਹੁੰਦਾ ਹੈ। ਲਾਈਨ ਕਿਸ ਨੂੰ ਕਹਿੰਦੇ ਆ? ਲਾਈਨ ਸੈਗਮੈਂਟ ਐਂਡ ਰੇ। ਤਾਂ ਫਸਟ ਹੈ ਲਾਈਨ ਦੀ ਡੈਫੀਨੇਸ਼ਨ ਤੁਸੀਂ ਪੜ੍ਹੀ ਹੋਊਗੀ, ਕੀ ਹੁੰਦੀ ਹੈ? ਲਾਈਨ ਹੈਜ਼ ਇਨਡੈਫੀਨਿਟ ਲੈਂਥ। ਮਤਲਬ ਲਾਈਨ ਦੀ ਕੋਈ ਲੈਂਥ ਨਹੀਂ ਹੁੰਦੀ, ਫਿਕਸ ਲੈਂਥ ਨਹੀਂ ਹੁੰਦੀ। ਇਹ ਬੋਥ ਦਾ ਡਾਇਰੈਕਸ਼ਨ ਜਾ ਸਕਦੀ ਹੈ। ਇਹ ਇੱਧਰੋਂ ਵੀ ਇਹਦੀ ਕੋਈ ਲੈਂਥ ਫਿਕਸ ਨਹੀਂ ਗੀ, ਅਤੇ ਇਸ ਸਾਈਡ ਤੋਂ ਵੀ ਇਹਦੀ ਲੈਂਥ ਕੋਈ ਫਿਕਸ ਨਹੀਂ ਗੀ, ਅਤੇ ਉਹ ਕੀ ਹੁੰਦੀ ਆ? ਉਹ ਲੈਂਥ ਹੁੰਦੀ ਹੈ। ਫਿਰ ਸੈਕਿੰਡ ਮੈਂ ਗੱਲ ਕਰੂੰਗਾ ਰੇ ਦੀ। ਰੇ ਕੀ ਹੁੰਦੀ ਹੈ? ਰੇ ਬਾਰੇ ਸੁਣਿਆ ਹੋਊਗਾ। ਜੋ ਰੇਜ਼ ਆਉਂਦੀਆਂ ਸੂਰਜ ਤੋਂ, ਰੇਜ਼ ਆਉਂਦੀਆਂ ਤਾਂ ਕੀ ਹੁੰਦਾ? ਉਹ ਸੂਰਜ ਤੋਂ ਆਉਂਦੀਆਂ ਤਾਂ ਸੂਰਜ ਤੋਂ ਉਹਦਾ ਡਿਸਟੈਂਸ ਇੱਕ ਤਾਂ ਫਿਕਸ ਹੈ, ਪਰ ਇੱਕ ਸਾਈਡ ਉਹਨਾਂ ਦੀ ਫਿਕਸ ਨਹੀਂ ਗੀ, ਉਹ ਇਨਡੈਫੀਨਿਟ ਲੈਂਥ ਹੈ ਇੱਕ ਸਾਈਡ ਤੋਂ। ਤਾਂ ਮਤਲਬ ਇੱਕ ਸਾਈਡ ਉਹਦਾ ਫਿਕਸ ਹੋਊਗਾ ਰੇ ਦਾ, ਅਤੇ ਦੂਸਰੀ ਲਾਈਨ ਜੋ ਹੋਊਗੀ ਦੂਸਰੀ ਸਾਈਡ ਦੀ, ਉਹ ਇਨਡੈਫੀਨਿਟ ਲੈਂਥ ਹੋਊਗੀ। ਮਤਲਬ ਰੇ ਦਾ ਸਿਰਫ ਇੱਕ ਪੁਆਇੰਟ ਜਿਹੜਾ ਹੋਊਗਾ ਉਹ ਫਿਕਸ ਹੋਊਗਾ, ਅਤੇ ਦੂਸਰਾ ਪੁਆਇੰਟ ਜਿਹੜਾ ਹੋਊਗਾ ਉਹ ਫਿਕਸ ਨਹੀਂ ਹੋਊਗਾ। ਇਹ ਹੋ ਗਿਆ ਰੇ। ਨੈਕਸਟ ਆ ਜਾਂਦਾ ਮੇਰੇ ਕੋਲ ਲਾਈਨ ਸੈਗਮੈਂਟ। ਲਾਈਨ ਸੈਗਮੈਂਟ ਦੀ ਗੱਲ ਕਰੀਏ ਤਾਂ ਲਾਈਨ ਸੈਗਮੈਂਟ ਕੀ ਹੁੰਦਾ ਕਿ ਇਹਦੀ ਜਿਹੜੀ ਦੋਨਾਂ ਸਾਈਡ ਦੀ ਲੈਂਥ ਹੈ, ਪੁਆਇੰਟਸ ਦੀ ਜਿਹੜੀ ਲੈਂਥ ਹੈ ਉਹ ਫਿਕਸ ਹੁੰਦੀ ਹੈ। ਜਿਵੇਂ ਮੰਨ ਲਓ ਕਿ ਇੱਥੋਂ ਕੋਈ ਲਾਈਨ ਸਟਾਰਟ ਹੋਈ ਤਾਂ ਇੱਥੇ ਖ਼ਤਮ ਹੋ ਗਈ, ਤਾਂ ਇਹਦੀ ਕੋਈ ਸਰਟਨ ਲੈਂਥ ਹੈ, ਇਹਦੀ ਕੋਈ ਡੈਫੀਨੇਟ ਲੈਂਥ ਹੈ, ਠੀਕ ਹੈ। ਤਾਂ ਇਸ ਨੂੰ ਮੈਂ ਕੀ ਕਹਾਂਗਾ? ਲਾਈਨ ਸੈਗਮੈਂਟ, ਠੀਕ ਹੈ। ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਲਾਈਨ ਰੇ ਐਂਡ ਲਾਈਨ ਸੈਗਮੈਂਟ ਵਿੱਚ ਡਿਫਰੈਂਸ ਕੀ ਹੈ। ਲਾਈਨ ਕੀ ਹੁੰਦਾ? ਜਿਹਦੀਆਂ ਦੋਨੇ ਸਾਈਡਾਂ ਦੀ ਲੈਂਥ ਇਨਡੈਫੀਨੇਟ ਹੁੰਦੀ ਹੈ। ਰੇ ਦੀ ਇੱਕ ਪੁਆਇੰਟ ਦੀ ਲੈਂਥ ਡੈਫੀਨੇਟ ਹੁੰਦੀ ਹੈ ਅਤੇ ਦੂਸਰੇ ਦੀ ਇਨਡੈਫੀਨੇਟ ਹੁੰਦੀ ਹੈ। ਮਤਲਬ ਇਹ ਕਿੱਥੇ ਵੀ ਜਾ ਸਕਦੀ ਹੈ, ਮੈਨੂੰ ਨਹੀਂ ਪਤਾ ਕਿੰਨੀ ਲੈਂਥ ਹੋਊਗੀ। ਪਰ ਲਾਈਨ ਸੈਗਮੈਂਟ ਦੀ ਜੇ ਮੈਂ ਕਹਿ ਦਾਂ ਕਿ ਤੁਹਾਨੂੰ ਕਈ ਵਾਰੀ ਕੁਐਸਚਨ ਵਿੱਚ ਹੋਊਗਾ ਡਰਾ ਏ ਲਾਈਨ ਸੈਗਮੈਂਟ 8 ਸੈਂਟੀਮੀਟਰ, ਤਾਂ 8 ਸੈਂਟੀਮੀਟਰ ਉਹ ਇੱਕ ਫਿਕਸ ਲੈਂਥ ਹੈ, ਤਾਂ ਉਹ ਲਾਈਨ ਸੈਗਮੈਂਟ ਦੀ ਹੀ ਗੱਲ ਕਰਦਾ, ਨਾ ਕਿ ਲਾਈਨ ਦੀ ਕਰੂ। ਜੇ ਉਹ ਕਰੂਗਾ ਡਰਾ ਏ ਲਾਈਨ 8 ਸੈਂਟੀਮੀਟਰ, ਤਾਂ ਉਹ ਜਿਹੜੀ ਵਰਡਿੰਗ ਹੁੰਦੀ ਆ ਉਹ ਬਹੁਤ ਗਲਤ ਵਰਡਿੰਗ ਹੈ। ਲਾਈਨ ਨਹੀਂ, ਲਾਈਨ ਸੈਗਮੈਂਟ ਸਹੀ ਹੈ ਉਹਦੇ ਵਾਸਤੇ, ਠੀਕ ਹੈ। ਤਾਂ ਕੁਐਸਚਨ ਵਿੱਚ ਜਦੋਂ ਵੀ ਲਾਈਨ ਸੈਗਮੈਂਟ ਦੀ ਗੱਲ ਕੀਤੀ ਤੁਹਾਡੇ ਮਾਈਂਡ 'ਚ ਆਉਣਾ ਚਾਹੀਦਾ ਕਿ ਲਾਈਨ ਸੈਗਮੈਂਟ ਹੁੰਦਾ ਕੀ ਹੈ, ਠੀਕ ਹੈ। ਤਾਂ ਇਹਦਾ ਬੇਸਿਕ ਸੀਗਾ ਕਿ ਲਾਈਨ ਕਿਹਨੂੰ ਕਹਿੰਦੇ ਆ, ਰੇ ਕਿਹਨੂੰ ਕਹਿੰਦੇ, ਤਾਂ ਲਾਈਨ ਸੈਗਮੈਂਟ। ਇਹ ਕਲੀਅਰ ਹੋ ਗਿਆ। ਉਸ ਤੋਂ ਬਾਅਦ ਮੈਂ ਆਉਣਾ ਐਂਗਲ। ਐਂਗਲ ਕੀ ਹੁੰਦਾ? ਐਂਗਲ ਕੋਈ ਵੀ ਦੋ ਸਾਈਡਸ ਕਿਸੇ ਇੱਕ ਵਰਟੈਕਸ 'ਤੇ ਮੀਟ ਕਰਦੀਆਂ ਤਾਂ ਉਸ ਨੂੰ ਕੀ ਕਹਿੰਦੇ ਆ? ਐਂਗਲਸ। ਜਿਵੇਂ ਮੰਨ ਲਓ ਵਰਟੈਕਸ ਕੀ ਹੁੰਦੇ ਆ? ਪਹਿਲਾਂ ਤਾਂ ਵਰਟੈਕਸ, ਜਿਵੇਂ ਮੰਨ ਲਓ ਤੁਸੀਂ ਇਹ ਵਾਲਾ ਦੇਖਿਆ ਹੋਊਗਾ, ਆ ਕੀ ਹੈ? ਰੈਕਟੈਂਗਲ ਹੈ।
ਤਾਂ ਰੈਕਟੈਂਗਲ ਦੇ ਜਿਹੜੇ ਆ ਕੋਨੇ ਹੁੰਦੇ ਆ ਇਹਨਾਂ ਨੂੰ ਕਹਿੰਦੇ ਆ ਵਰਟੈਕਸ, ਕੋਨਿਆਂ ਨੂੰ ਕਹਿੰਦੇ ਆ ਵਰਟੈਕਸ। ਠੀਕ ਹੈ, ਇਹ ਚੀਜ਼ ਹੁੰਦੀ ਹੈ ਵਰਟੈਕਸ। ਤੇ ਇੱਕ ਗੱਲ ਮੇਰੀ ਹੋਰ ਧਿਆਨ ਦੇ ਲਓ ਕਿ ਜੋ ਮੈਂ ਤੁਹਾਨੂੰ ਪੜ੍ਹਾ ਰਿਹਾ ਉਹਨੂੰ ਕਾਪੀਜ਼ 'ਤੇ ਨੋਟ ਕਰ ਲਿਆ ਕਰੋ। ਠੀਕ ਹੈ, ਇਹਨੂੰ ਕਾਪੀਜ਼ 'ਤੇ ਨੋਟ ਕਰ, ਕਿਉਂਕਿ ਤੁਹਾਡੇ ਜਿਹੜੇ ਨੋਟਸ ਹੈਂਡ ਰਿਟਨ ਨੋਟਸ ਹੋਣਗੇ ਉਹ ਤੁਸੀਂ ਜਦੋਂ 5 ਮਿੰਟ ਵੀ ਉਹਨਾਂ ਨੂੰ ਦੇਖ ਲਿਆ ਨਾ ਤਾਂ ਤੁਹਾਨੂੰ ਮਿੰਟੋ ਮਿੰਟ ਸਾਰੀਆਂ ਚੀਜ਼ਾਂ ਮਾਈਂਡ ਵਿੱਚ ਯਾਦ ਹੋਣ ਲੱਗ ਜਾਣਗੀਆਂ ਕਿ ਮੈਂ ਕੀ ਲਿਖਿਆ ਸੀਗਾ। ਤੇ ਦੂਸਰੇ ਦੇ ਹੈਂਡ ਰਿਟਨਸ ਨੋਟਸ ਦੀ ਬਜਾਏ ਆਪਣੇ ਖੁਦ ਦੇ ਨੋਟਸ ਬਣਾਇਆ ਕਰੋ। ਠੀਕ ਹੈ, ਤਾਂ ਵਰਟੈਕਸ ਸਮਝ ਆਇਆ? ਵਰਟੈਕਸ ਕੀ ਹੁੰਦਾ ਕਿ ਜੋ ਵੀ ਕਿਸੇ ਚੀਜ਼ ਦਾ ਇੱਕ ਕੋਨਾ ਹੁੰਦਾ ਉਸ ਚੀਜ਼ ਨੂੰ ਕੀ ਕਹਿੰਦੇ ਆ? ਵਰਟੈਕਸ। ਵਰਟੈਕਸ। ਤੇ ਪੰਜਾਬੀ 'ਚ ਵੀ, ਪੰਜਾਬੀ ਵਾਲੇ ਵੀ ਸੁਣ ਲਓ, ਇਹਨੂੰ ਕਹਿੰਦੇ ਆ ਸ਼ਿਖਰ। ਠੀਕ ਹੈ, ਸ਼ਿਖਰ। ਇਸ ਜਿਹੜੇ ਕੋਨੇ ਆ ਵਰਟੈਕਸ ਨੂੰ ਪੰਜਾਬੀ 'ਚ ਸਿਖਰ ਕਹਿੰਦੇ। ਤਾਂ ਐਂਗਲ ਦੀ ਗੱਲ ਕਰ ਰਹੇ ਸੀ ਕਿ ਦੋ ਸਾਈਡਸ ਹੈ, ਮੰਨ ਲਓ ਕਿ ਦੋ ਆਰਮ ਹੈ, ਇਹਨੂੰ ਆਰਮ ਕਹਿ ਲਓ ਜਾਂ ਸਾਈਡ ਕਹਿ ਲਓ, ਇਹ ਵੀ ਸਾਈਡ ਹੋਊਗੀ। ਤਾਂ ਦੋ ਸਾਈਡ ਜਦੋਂ ਇੱਕ ਵਰਟੈਕਸ 'ਤੇ ਮਿਲਦੀਆਂ ਤਾਂ ਉਹਨਾਂ ਵਿਚਕਾਰ ਜੋ ਵੀ ਸਪੇਸ ਹੁੰਦੀ ਹੈ ਤਾਂ ਉਹ ਸਪੇਸ ਨੂੰ ਹੀ ਡਿਫਾਈਨ ਕਰਨ ਲਈ ਮੈਂ ਐਂਗਲ ਯੂਜ਼ ਕਰਦਾ। ਠੀਕ ਹੈ, ਤਾਂ ਐਂਗਲ ਕੀ ਹੈ? ਦੋ ਆਰਮਸ ਜਾਂ ਦੋ ਸਾਈਡ ਦੇ ਵਿਚਕਾਰ ਜੋ ਵੀ ਸਪੇਸ ਹੈ ਉਹ ਕਿੰਨੀ ਸਪੇਸ ਹੈ ਉਸ ਨੂੰ ਡਿਫਾਈਨ ਕਰਨ ਲਈ ਮੈਂ ਐਂਗਲ ਟਰਮ ਯੂਜ਼ ਕਰਦਾ। ਠੀਕ ਹੈ, ਤਾਂ ਐਂਗਲ ਦੀ ਡੈਫੀਨੇਸ਼ਨ ਰੱਟਾ ਮਾਰਨ ਦੀ ਜ਼ਰੂਰਤ ਨਹੀਂ ਗੀ, ਬਸ ਤੁਸੀਂ ਯਾਦ ਰੱਖੋ ਦੋ ਆਰਮਸ ਜਾਂ ਦੋ ਸਾਈਡ ਦੇ ਵਿਚਕਾਰ ਜੋ ਸਪੇਸ ਹੁੰਦੀ ਹੈ ਉਹਨੂੰ ਡਿਫਾਈਨ ਕਰਨ ਲਈ ਐਂਗਲ ਯੂਜ਼ ਕਰਦਾ। ਤਾਂ ਐਂਗਲ ਕਲੀਅਰ ਹੋਇਆ ਇੱਥੋਂ। ਹੁਣ ਸਭ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਬੇਸਿਕ ਵਿੱਚ ਲਾਈਨਸ ਐਂਡ ਐਂਗਲ ਬਾਰੇ ਪੜ੍ਹਾਊਂਗਾ। ਅੱਜ ਦੀ ਵੀਡੀਓ 'ਚ ਲਾਈਨਸ ਐਂਡ ਐਂਗਲ ਬਾਰੇ ਤੁਹਾਨੂੰ ਦੱਸੂੰਗਾ ਕਿ ਲਾਈਨਸ ਐਂਡ ਐਂਗਲਸ ਐਕਚੁਅਲ 'ਚ ਤੁਸੀਂ 6 ਤੋਂ 10 ਤੱਕ ਇਹੀ ਪੜ੍ਹਿਆ, ਲਾਈਨਸ ਐਂਡ ਐਂਗਲ, ਲਾਈਨਸ ਐਂਡ ਐਂਗਲ। ਤਾਂ ਅੱਜ ਡਿਟੇਲ ਉਹਦੇ ਬਾਰੇ ਹਰੇਕ ਬਰੀਕੀ ਨਾਲ ਕੰਸੈਪਟ ਨੂੰ ਧਿਆਨ ਨਾਲ ਦੇਖਾਂਗੇ। ਤਾਂ ਦੇਖੋ, ਲਾਈਨਸ ਹੁਣੇ ਦੱਸਿਆ ਕਿ ਲਾਈਨਸ ਕੀ ਹੋ ਸਕਦੀਆਂ? ਇਨਡੈਫੀਨਿਟ ਲੈਂਥ ਹੁੰਦੀ ਹੈ। ਇਹ ਦੋ ਲਾਈਨਸ ਹੈ ਤੇ ਇਹ ਦੋ ਲਾਈਨਸ ਮੰਨ ਲਓ L1 ਐਂਡ L2 ਹੈ। ਇਹ ਦੋ ਲਾਈਨਸ ਪੈਰਲਲ ਆਪਸ 'ਚ, L1 ਪੈਰਲਲ ਟੂ L2, ਇਹ ਦੋ ਲਾਈਨਸ ਪੈਰਲਲ ਹੈ। ਤੇ ਪੈਰਲਲ ਕੀ ਹੁੰਦੀਆਂ ਕਿ ਹਰੇਕ ਇੱਕ ਵੀ ਡਿਸਟੈਂਸ, ਮਤਲਬ ਇੱਥੋਂ ਇਹਦਾ ਡਿਸਟੈਂਸ ਜੇ 5 ਮੀਟਰ ਹੈ ਤਾਂ ਇੱਥੋਂ ਵੀ ਇਹਦਾ ਡਿਸਟੈਂਸ 5 ਮੀਟਰ ਹੈ, ਤਾਂ ਹੀ ਤਾਂ ਪੈਰਲਲ ਹੋਣਗੀਆਂ ਲਾਈਨਾਂ। ਠੀਕ ਹੈ, ਫੋਰ ਐਗਜ਼ਾਮਪਲ ਜਿਵੇਂ ਟ੍ਰੇਨ ਦੀ ਪਟੜੀ ਹੈ ਨਾ, ਤਾਂ ਉਹ ਕੀ ਹੁੰਦੀਆਂ? ਹਰੇਕ ਡਿਸਟੈਂਸ 'ਤੇ ਬਰਾਬਰ ਹੁੰਦੀਆਂ, ਮਤਲਬ ਉਹ ਲਾਈਨਾਂ ਪੈਰਲਲ ਹੁੰਦੀਆਂ ਇੱਕ ਦੂਜੇ ਦੀ। ਠੀਕ ਹੈ, ਮਤਲਬ ਉਹਨਾਂ ਦੇ ਵਿਚਕਾਰ ਡਿਸਟੈਂਸ ਸੇਮ ਹੁੰਦਾ। ਤਾਂ ਇਹ ਹੋ ਗਿਆ, ਦੋ ਲਾਈਨਸ ਹੈ ਉਹ ਪੈਰਲਲ ਹੈ। ਤਾਂ ਇਹ ਦੋ ਲਾਈਨਸ ਨੂੰ ਕੋਈ ਇੱਕ ਲਾਈਨ ਕੱਟ ਕਰ ਰਹੀ ਹੈ, ਇਸ ਲਾਈਨ ਨੂੰ ਕੀ ਕਹਾਂਗਾ ਮੈਂ? ਟਰਾਂਸਵਰਸਲ ਲਾਈਨ। ਟਰਾਂਸਵਰਸਲ ਲਾਈਨ। ਕੋਈ ਵੀ ਲਾਈਨ ਕਿਸੇ ਇੱਕ ਲਾਈਨ ਨੂੰ ਜਾਂ ਦੋ ਲਾਈਨ ਨੂੰ ਜਾਂ ਮੋਰ ਦੈਨ 2 ਲਾਈਨਸ ਨੂੰ ਕੱਟ ਕਰਦੀ ਹੈ, ਉਸ ਨੂੰ ਕੀ ਕਹਾਂਗਾ ਮੈਂ? ਟਰਾਂਸਵਰਸਲ ਲਾਈਨ। ਠੀਕ ਹੈ, ਪੰਜਾਬੀ ਵਿੱਚ ਇਹਨੂੰ ਕੀ ਕਹਾਂਗਾ? ਕਾਟਵੀਂ ਰੇਖਾ। ਇਹਨੂੰ ਕੀ ਕਹਾਂਗਾ? ਕਾਟਵੀਂ ਰੇਖਾ। ਤੇ ਇਹ ਕਾਟਵੀਂ ਰੇਖਾ ਹੈ, ਜਿੱਥੇ ਪੁਆਇੰਟ ਨੂੰ ਕੱਟਦੀ ਹੈ ਇਸ ਲਾਈਨ ਨੂੰ ਕੱਟੂਗੀ, ਇਸ ਨੂੰ ਕਹਾਂਗਾ ਇੰਟਰਸੈਕਟਿੰਗ ਪੁਆਇੰਟ। ਇੰਟਰਸੈਕਟਿੰਗ ਪੁਆਇੰਟ, ਇਹ ਹੋ ਗਿਆ ਇੰਟਰਸੈਕਟਿੰਗ ਪੁਆਇੰਟ। ਇਹ ਵੀ ਇੰਟਰਸੈਕਟਿੰਗ ਪੁਆਇੰਟ ਹੈ। ਜਿਹੜੀ ਦੋ ਲਾਈਨਾਂ ਆਪਸ ਵਿੱਚ ਕੱਟ ਕਰਦੇ ਇਹਨੂੰ ਇੰਟਰਸੈਕਟਿੰਗ ਪੁਆਇੰਟ ਕਹਿਣਾ। ਉਸ ਤੋਂ ਬਾਅਦ ਇੰਟਰਸੈਕਟਿੰਗ ਪੁਆਇੰਟ ਹੈ, ਪੰਜਾਬੀ 'ਚ ਕੀ ਕਹਿੰਦੇ ਆ ਇਹਨਾਂ ਨੂੰ? ਪੰਜਾਬੀ 'ਚ ਕਹਿੰਦੇ ਆ ਕਾਟਵੀਂ ਬਿੰਦੂ। ਠੀਕ ਹੈ, ਤੇ ਪੈਰਲਲ ਨੂੰ ਪੰਜਾਬੀ 'ਚ ਕਹਿੰਦੇ ਆ ਸਮਾਨ ਅੰਤਰ। ਇਹ ਹੋ ਗਿਆ। ਨੈਕਸਟ ਦੇਖੋ, ਟਰਾਂਸਵਰਸਲ ਲਾਈਨ ਕਲੀਅਰ ਹੈ, ਲਾਈਨਸ ਤਾਂ ਕਲੀਅਰ ਹੀ ਹੈ, ਪੈਰਲਲ ਲਾਈਨਸ ਕਲੀਅਰ ਹੈ ਤੇ ਇੰਟਰਸੈਕਟਿੰਗ ਪੁਆਇੰਟ ਵੀ ਕਲੀਅਰ ਹੈ। ਤਾਂ ਹੁਣ ਇੱਥੇ ਜਿਹੜੇ ਬਣਨ ਵਾਲੇ ਐਂਗਲਸ ਆ ਉਹਨਾਂ ਬਾਰੇ ਡਿਸਕਸ ਕਰਾਂਗੇ।
ਇਹ ਜੋ ਐਂਗਲ ਹੋਣਗੇ ਇਹ ਕਿਹੜੀ ਕੰਡੀਸ਼ਨ 'ਚ ਸੈਟੀਸਫਾਈ ਕਰਨਗੇ, ਜਦੋਂ ਦੋ ਲਾਈਨਸ ਆਪਸ ਵਿੱਚ ਪੈਰਲਲ ਹੋਣਗੀਆਂ ਉਦੋਂ ਹੀ ਕੰਡੀਸ਼ਨ ਲੱਗੇਗੀ, ਤੇ ਉਸ ਕੰਡੀਸ਼ਨ ਦੇ ਬੇਸ ਤੇ ਹੀ ਆਪਾਂ ਕੁਐਸਚਨ ਦੇ ਆਨਸਰ ਦੇਵਾਂਗੇ। ਜਿਵੇਂ ਮੰਨ ਲਓ ਕਿ ਆ ਐਂਗਲ ਹੈ, ਤੁਹਾਨੂੰ ਮੈਂ ਹੁਣੇ ਹੀ ਦੱਸਿਆ ਨਾ ਕਿ ਦੋ ਆਰਮਸ ਜਾਂ ਦੋ ਸਾਈਡ ਦੇ ਵਿਚਕਾਰ ਜੋ ਸਪੇਸ ਆ ਉਸ ਨੂੰ ਐਂਗਲ ਨਾਲ ਡਿਫਾਈਨ ਕਰਨਾ। ਇਹ ਹੋ ਗਿਆ ਇੱਕ ਐਂਗਲ ਹੋ ਗਿਆ ਇਹ। ਤਾਂ ਦੇਖੋ ਜਿਹੜਾ ਮਤਲਬ ਜਿਹੜੀ ਡਾਇਰੈਕਸ਼ਨ ਇਹਦੀ ਐਵੇਂ ਹੈਗੀ ਹੈ, ਇਸ ਡਾਇਰੈਕਸ਼ਨ ਐਵੇਂ ਹੈ ਇਹਦੀ, ਉੱਪਰ ਵਾਲੇ ਮੂੰਹ ਇਹਦਾ ਕਿੱਧਰ ਹੈ, ਉੱਪਰ ਵਾਲੇ ਪਾਸੇ, ਇਹਦਾ ਵੀ ਮੂੰਹ ਉੱਪਰ ਵਾਲੇ ਪਾਸੇ ਹੈ। ਤਾਂ ਦੋਨਾਂ ਦੀ ਮੈਂ ਕਹਿ ਸਕਦਾ ਸੰਗਤ ਸੇਮ ਹੈ, ਦੋਨਾਂ ਦੀ ਸੰਗਤ ਸੇਮ ਹੈ। ਜਿਵੇਂ ਇਹ ਹਰਕਤਾਂ ਕਰਦਾ ਹੈ ਉਵੇਂ ਹੀ ਇਹ ਹਰਕਤਾਂ ਕਰਦਾ ਹੈ, ਐਵੇਂ ਮੰਨ ਲਓ ਸੰਗਤ ਸੇਮ ਹੈ। ਤਾਂ ਸੰਗਤ ਸੇਮ ਹੈ ਤਾਂ ਇਹਨੂੰ ਹੀ ਕਹਾਂਗਾ ਮੈਂ ਪੰਜਾਬੀ ਵਿੱਚ ਸੰਗਤ ਕੋਣ। ਕੀ ਕਹਾਂਗਾ ਮੈਂ? ਸੰਗਤ ਕੋਣ। ਸੰਗਤ ਕੋਣ ਹੋ ਗਿਆ। ਤੇ ਇਹਨੂੰ ਇੰਗਲਿਸ਼ 'ਚ ਕੀ ਕਹਾਂਗਾ ਮੈਂ? ਕੋਰਸਪੋਂਡਿੰਗ ਐਂਗਲ। ਕੋਰਸਪੋਂਡਿੰਗ ਐਂਗਲ। ਕੋਰਸਪੋਂਡਿੰਗ ਐਂਗਲ ਕਿਹੜੇ ਹੁੰਦੇ ਆ? ਜਿਨ੍ਹਾਂ ਦੀ ਡਾਇਰੈਕਸ਼ਨ ਇੱਕ ਪਾਸੇ ਹੋਵੇ। ਹੁਣ ਤਾਂ ਆ ਦੇਖੋ ਆ ਇਹਦੀ ਡਾਇਰੈਕਸ਼ਨ ਇੱਕ ਪਾਸੇ ਹੈ ਤੇ ਇਹ ਐਂਗਲ ਇਕੁਅਲ ਵੀ ਹੋਣਗੇ। ਜੇ ਇਹ 60 ਡਿਗਰੀ ਐਂਗਲ ਹੈ ਤਾਂ ਆ ਵੀ 60 ਡਿਗਰੀ ਐਂਗਲ ਹੋਊਗਾ। ਸਮਝ ਲੱਗ ਰਹੀ ਹੈ? ਕੋਰਸਪੋਂਡਿੰਗ ਐਂਗਲਸ ਆਰ ਇਕੁਅਲ। ਸਮਝ ਲੱਗ ਰਹੀ ਹੈ? ਜੇ 80 ਡਿਗਰੀ ਹੈ ਤਾਂ ਇਹ ਵੀ 80 ਡਿਗਰੀ ਹੋਊਗਾ, ਜੇ ਇਹ 70 ਡਿਗਰੀ ਹੈ ਤਾਂ ਵੀ 70 ਡਿਗਰੀ ਹੋਊਗਾ। ਤਾਂ ਦੇਖੋ ਇਹਨਾਂ ਵਿੱਚ ਸਿਰਫ ਇਹੀ ਇੱਕ ਕੋਰਸਪੋਂਡਿੰਗ ਐਂਗਲ ਹੋਊਗਾ? ਨਹੀਂ, ਹੋਰ ਵੀ ਹੋਣਗੇ। ਉਹ ਕਿਵੇਂ? ਦੇਖੋ ਇਹ ਤਾਂ ਹੋ ਗਿਆ। ਹੁਣ ਇਹਦਾ ਕੋਰਸਪੋਂਡਿੰਗ ਕੀ ਹੋਊਗਾ? ਇਹਦਾ ਕੋਰਸਪੋਂਡਿੰਗ ਦੇਖੋ ਇਹਨੇ ਇੱਧਰ ਮੂੰਹ ਚੱਕਿਆ ਤਾਂ ਇਹਨੇ ਵੀ ਤਾਂ ਇੱਧਰ ਮੂੰਹ ਚੱਕਿਆ ਹੋਊਗਾ। ਤਾਂ ਮਤਲਬ ਆਹ ਵਾਲੇ ਐਂਗਲ, ਆਹ ਵਾਲਾ ਐਂਗਲ ਕਿਹਦੇ ਕੋਰਸਪੋਂਡਿੰਗ ਹੈ? ਇਹਦੇ। ਤਾਂ ਐਂਗਲ ਏ ਤੇ ਐਂਗਲ ਬੀ ਕੀ ਹੋਣਗੇ? ਇਕੁਅਲ ਹੋਣਗੇ। ਕਿਉਂ? ਕਿਉਂਕਿ ਕੋਰਸਪੋਂਡਿੰਗ ਐਂਗਲ, ਜਿੰਨੇ ਡਿਗਰੀ ਆ ਹੋਊਗਾ ਐਂਗਲ ਉਨੇ ਹੀ ਡਿਗਰੀ ਆ ਹੋਊਗਾ। ਆ ਵੀ ਐਂਗਲ ਕੋਰਸਪੋਂਡਿੰਗ ਹੈ ਸੀ ਡੀ। ਤਾਂ ਸੀ ਐਂਗਲ ਸੀ ਕੋਰਸਪੋਂਡਿੰਗ ਹੈ ਐਂਗਲ ਡੀ ਦੇ। ਆਹ ਵਾਲਾ ਐਂਗਲ ਕਿਹਦੇ ਕੋਰਸਪੋਂਡਿੰਗ ਹੋਊਗਾ? ਇਹਦੇ। ਤੇ ਆਹ ਵਾਲਾ ਐਂਗਲ ਇਹ ਵਾਲਾ ਕੋਰਸਪੋਂਡਿੰਗ ਕਿਹਦੇ ਹੋਊਗਾ? ਇਹਦੇ ਕੋਰਸਪੋਂਡਿੰਗ ਹੋਊਗਾ। ਤੇ ਆਹ ਵਾਲਾ ਕੋਰਸਪੋਂਡਿੰਗ ਐਂਗਲ, ਆਹ ਵਾਲਾ ਕੋਰਸਪੋਂਡਿੰਗ ਐਂਗਲ ਇਹਦੇ ਕੋਰਸਪੋਂਡਿੰਗ ਐਂਗਲ ਹੋਊਗਾ। ਸਮਝ ਲੱਗ ਰਹੀ ਹੈ? ਜਿਹੜੀ ਆਹ ਡਾਇਰੈਕਸ਼ਨ ਹੈ ਉਹਦੀ ਆਹ ਡਾਇਰੈਕਸ਼ਨ ਹੈ, ਜਿਹਦੀ ਆਹ ਡਾਇਰੈਕਸ਼ਨ ਹੈ ਉਹਦੀ ਆਹ ਡਾਇਰੈਕਸ਼ਨ। ਸਮਝ ਲੱਗ ਗਈ ਕੋਰਸਪੋਂਡਿੰਗ ਐਂਗਲ ਦੀ? ਕੋਰਸਪੋਂਡਿੰਗ ਨੂੰ ਇੰਗਲਿਸ਼ 'ਚ ਪੰਜਾਬੀ 'ਚ ਕੀ ਕਹਿੰਦੇ ਆ? ਸੰਗਤ ਕੋਣ। ਤੇ ਕੋਰਸਪੋਂਡਿੰਗ ਐਂਗਲ ਹਮੇਸ਼ਾ ਹੀ ਬਰਾਬਰ ਹੁੰਦੇ ਆ। ਇਹ ਕਾਪੀਜ਼ 'ਤੇ ਆਪਣੇ ਨੋਟਬੁੱਕ 'ਤੇ ਨੋਟ ਕਰ ਲਓ ਸਾਰੇ ਜਣੇ। ਇਹ ਚੀਜ਼ਾਂ ਬੇਸਿਕ ਹੈ, ਕਈਆਂ ਨੂੰ ਪਤਾ ਹੋਊਗਾ ਵੈਲ ਐਂਡ ਗੁੱਡ, ਜਿਨ੍ਹਾਂ ਨੂੰ ਨਹੀਂ ਪਤਾ ਉਹ ਨੋਟ ਕਰ ਲੈਣ। ਕਈਆਂ ਨੇ ਤਾਂ ਮੈਥ ਬੜੇ ਵਧੀਆ ਤਰੀਕੇ ਨਾਲ ਕੀਤਾ ਹੋਇਆ, ਕਈਆਂ ਨੇ ਨਹੀਂ ਕੀਤਾ ਹੋਇਆ। ਤਾਂ ਆਪਾਂ ਸਾਰਿਆਂ ਨੂੰ ਮੈਂ ਤਾਂ ਬੇਸਿਕ ਦੱਸਣਾ ਨਾ, ਬੇਸਿਕ ਤੋਂ ਆਪਾਂ ਸਟਾਰਟ ਕਰਾਂਗੇ ਹਾਈ ਲੈਵਲ ਤੱਕ। ਤਾਂ ਬੇਸਿਕ ਜਦੋਂ ਆਪਣੀ ਜੜ ਮਜ਼ਬੂਤ ਹੋਊਗੀ ਤਾਂ ਹੀ ਤਾਂ ਆਪਾਂ ਅੱਗੇ ਵਧਾਂਗੇ ਨਾ। ਆਪਣਾ ਬੇਸ ਹੀ ਨਹੀਂ ਸਟਰੋਂਗ ਤਾਂ ਆਪਾਂ ਅੱਗੇ ਕਿਵੇਂ ਚਲੇ ਜਾਵਾਂਗੇ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਅਲਟਰਨੇਟ ਐਂਗਲ ਦੀ। ਅਲਟਰਨੇਟ ਇੰਟੀਰੀਅਰ ਐਂਡ ਐਕਸਟੀਰੀਅਰ ਐਂਗਲ। ਪਹਿਲਾਂ ਤਾਂ ਤੁਹਾਨੂੰ ਮੈਂ ਇੰਟੀਰੀਅਰ ਐਂਡ ਐਕਸਟੀਰੀਅਰ ਦੱਸਾਂ ਕੀ ਹੁੰਦਾ। ਐਕਸਟੀਰੀਅਰ ਐਂਗਲ ਕੀ ਹੁੰਦੇ ਆ? ਜੋ ਲਾਈਨਸ ਦੇ ਬਾਹਰ ਬਣਦੇ ਐਂਗਲ। ਠੀਕ ਹੈ, ਆਹ ਦੋ ਲਾਈਨਸ ਹੈ L1 ਐਂਡ L2, ਜੋ ਕੀ ਹੈ L1 ਪੈਰਲਲ ਟੂ L2 ਤੇ ਇਹ L3 ਲਾਈਨ ਮੰਨ ਲਓ। ਇਹ ਕੀ ਹੈ? ਟਰਾਂਸਵਰਸਲ ਲਾਈਨ ਹੈ। ਤਾਂ ਦੇਖੋ ਜੋ ਆ ਲਾਈਨਸ ਦੇ ਦੇਖੋ ਆ ਲਾਈਨਸ ਦੇ ਅੰਦਰ ਜਿਹੜੇ ਐਂਗਲ ਬਣਨਗੇ ਉਹਨੂੰ ਕਹਾਂਗਾ ਇੰਟੀਰੀਅਰ ਐਂਗਲ। ਤੇ ਜੋ ਲਾਈਨਸ ਦੇ ਬਾਹਰ ਆਹ ਵਾਲਾ ਐਂਗਲ ਬਾਹਰ ਬਣ ਰਿਹਾ, ਆ ਵੀ ਐਂਗਲ ਬਾਹਰ ਬਣ ਰਿਹਾ, ਆ ਵੀ ਲਾਈਨ ਦੇ ਬਾਹਰ ਬਣ ਰਿਹਾ, ਆ ਵੀ ਲਾਈਨ ਦੇ ਬਾਹਰ ਬਣ ਰਿਹਾ। ਤਾਂ ਠੀਕ ਹੈ, ਆ ਜਿਹੜੇ ਹੋਣਗੇ ਐਕਸਟੀਰੀਅਰ ਐਂਗਲ ਹੋਣਗੇ। ਇਹਨਾਂ ਨੂੰ ਮੈਂ ਕੀ ਕਹਾਂਗਾ? ਐਕਸਟੀਰੀਅਰ ਐਂਗਲ।
पंजाबी च बाहरी कोण, ठीक है। तो जो अंदर वाले पासे बननगे आ वाला आ वाला आ वाला ते आ वाला, ये लाइनस दे अंदर बन रहा ना कोण, तो इन्हां नूं कहांगा इंटीरियर एंगल। ये हो गए इंटीरियर एंगल, तो लाइनस दे जो बाहर बनते हैं उन्होंने एक्सटीरियर एंगल। इत्थे तक कंसैप्ट क्लीयर है थोड़ा, ठीक है। उस तो बाद आप आ जाने अल्टरनेट एंगल की गल करिए। अल्टरनेट एंगल की होंगे, तो देखो अल्टरनेट की गल करिए, आ वाला एंगल ते आ वाला एंगल, ये होंगे अल्टरनेट एंगल, अल्टरनेट इंटीरियर एंगल्स। तो क्योंकि ये अंदर बन रहा है तो इन्हों तो मैं इंटीरियर एंगल कहांगा। तो अल्टरनेट मतलब अल्टरनेट का की मतलब होंदा है, ਇਹਦਾ ਮੂੰਹ ਇੱਧਰ ਹੈ, ਇਹਦਾ ਮੂੰਹ ਨੀਚੇ ਹੈ, ਇਹਦਾ ਮੂੰਹ ਉੱਪਰ ਹੈ, ਇਹ ਸਮਝੋ। ਤੇ ਅਲਟਰਨੇਟ ਐਂਗਲ ਦੀ ਪਛਾਣ ਕਰਨ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਕਿ ਦੇਖੋ ਇਹ Z ਬਣ ਰਿਹਾ, ਇੰਗਲਿਸ਼ ਦਾ ਵਰਡ ਹੈ Z, ਇਹ ਬਣ ਰਿਹਾ ਕਿ ਨਹੀਂ ਬਣ ਰਿਹਾ, ਦੇਖ ਰਿਹਾ ਕਿ ਨਹੀਂ ਦੇਖ ਰਿਹਾ ਤੁਹਾਨੂੰ, Z ਬਣ ਰਿਹਾ। ਤਾਂ Z ਦੇ ਅੰਦਰ ਵਾਲੇ ਪਾਸੇ ਉਹਦੇ ਸਾਈਡਾਂ ਦੇ ਵਿੱਚ ਦੇਖੋ ਇੱਕ ਆ ਐਂਗਲ ਬਣ ਰਿਹਾ, ਇੱਕ ਆ। तो अल्टरनेट एंगल की पछाण की है कि वो Z बनाता हमेशा, अल्टरनेट इंटीरियर एंगल Z बनाता Z। तो ए वाला एंगल तो आ वाला एंगल की होंगे अल्टरनेट इंटीरियर एंगल्स, ठीक है। तो ए वाले एंगल कि होंगे अल्टरनेट इंटीरियर एंगल्स, कॉपीज से नोट कर लो, AL अल्टरनेट इंटीरियर। तो ये समझ लग गया। हुण देखो नैक्सट आ वाला एंगल कि अल्टरनेट होगा, ए दे इत्थे भी तो Z बना रहा ना, देखो Z बन रही है ना, पर ये पुट्ठी बन रही है, पर Z बन रही है। बस अल्टरनेट की यही पछाण है कि ये Z बनाता है। हुण आ जाओ अल्टरनेट एक्सटीरियर की गल करिए। तो अल्टरनेट की एक प्रॉपर्टी हो रहा है कि ਜਿਹੜੇ अल्टरनेट एंगल बननगे वो बराबर होणगे एक दूजे के। जे आ x डिग्री है तो आ भी x डिग्री ही होगा, समझ लगी। जे आ 60 डिग्री है तो आ भी 60 डिग्री होगा। तो मतलब अल्टरनेट इंटीरियर एंगल्स आपस बराबर होणगे, ठीक है। मान लो एंगल ए, ਇਹਦਾ नाम देखो ਇਹਦਾ B है, तो एंगल A इज इक्वल टू एंगल B, ये बराबर होंगे, ठीक है। अल्टरनेट इंटीरियर एंगल हो गए। अल्टरनेट एक्सटीरियर एंगल किनू कहना है, जो बाहर वाले पासे बनते हैं। जिमें मान लो ये वाला एंगल ते ये वाला एंगल, पहला तो देखो ये बाहर वाले पासे बन रहा है, ये भी बाहर वाले पासे बन रहा है, तो मतलब ये एक्सटीरियर एंगल का है। इत्थे तुहानूं एक गल क्लीयर होगी, तो एक्सटीरियर एंगल है। तो देखो एक Z बना रहा है कि नहीं बना रहा, तुसीं कहोगे सर बना रहा है, किवें? देखो Z बना रहा है, पर किवें बना रहा है, बाहरले पासे दी साइड नाल ये एंगल बना रहा है Z, देख रहे हैं ना। तो इस साइड नाल बना रहा है ये एंगल, ये साइड नाल आ रहा है। हुण इन्हें किधर मुंह चक्या, ऊपर वाले पासे, इन्हें किधर चक्या, नीचे, थल्ले नूं चक्या, इन्हें ऊपर वाले पासे चक्या। तो मतलब एक्सटीरियर एंगल तो है, इत्थे तो गल क्लियर हो गई, एक्सटीरियर एंगल तो है। ते इन्हें अल्टरनेट चक्या, मतलब एक ने ऊपर चक्या, एक ने थल्ले चक्या, मतलब अल्टरनेटिव एक्सटीरियर एंगल, अल्टरनेटिव एक्सटीरियर एंगल। ते इंटीरियर एंगल आप डिस्कस कर चुके हैं। अल्टरनेटिव एक्सटीरियर एंगल हो गए, आ भी एक्सटीरियर एंगल ही होंगे, आ वाला एंगल ते आ वाला एंगल, देख रहे हैं ना। ए वाले एंगल ये भी की होंगे, एक्सटीरियर होंगे। वो किवें, देखो ये भी Z बना रहा है, इत्थों एवें ये भी Z बना रहा है एवें, ते आ साइड बाहरले पासे बना रहा है, ते ए की हो गए अल्टरनेटिव एक्सटीरियर एंगल हो गए। ते ए वाले एंगल हमेशा ही बराबर होंगे,
ए वाले एंगल हमेशा ही बराबर होंगे। जिन्ना जे ए 70 डिग्री है तो ए भी 70 डिग्री होगा। जे आ जिन्ना आ ए डिग्री है तो आ भी बी डिग्री, मतलब ए डिग्री तो बी डिग्री सेम होंगे, ये एंगल बराबर होंगे। अल्टरनेटिव एक्सटीरियर एंगल प्रॉपर्टी समझ आ गई, इंटीरियर प्रॉपर्टी समझ आ गई। इतने किसी में कंफ्यूजन नहीं होनी चाहिए। जे किसी में कंफ्यूजन आया तो दोबारा वीडियो पॉज करके पीछे करके देख लेना, ठीक है। ऑनलाइन का यही तो बेनिफिट है कि पीछे करके दोबारा दोबारा देखी जाओ जब तक समझ नहीं आ। हुण आ जाने आपां नैक्सट। पहला मैनू एक कंसैप्ट समझान दो कि ए वाली लाइन, ठीक है, ए वाली लाइन ते इत्थे कोई एंगल है, आ वाली लाइन नू कट कर दी, मान लो आ वाली लाइन कट दी ते ट्रांसवर्सल लाइन होगी, ते ए वाली लाइन है तो ए हो गया पॉइंट। तो जदों ये कट करूगी तो आ वाला एंगल दा सम जिहड़ा होगा वो 180 होगा। इनू मैं की कहांगा लीनियर पेयर, लीनियर पेयर, ठीक है। पंजाबी च कहना मैं सरल कोण, सरल कोण। लीनियर पेयर च की हुंदा, मान लो कि जे आ ए डिग्री है आ बी डिग्री होगा तो इन्हां दा जो सम होगा, इन्हां दा जो सम होगा वो 180 डिग्री होगा। ये तो थानू क्लियर है, ये तो पता ही हुंदा। जे मान लो ए 70 डिग्री है तो ए कितना डिग्री होगा 180 डिग्री, ठीक है। ये गल क्लियर है ना, 70 डिग्री है तो 180, क्योंकि इन्हां दा सम 180 है। जे ए 70 डिग्री है आ वाला एंगल ए 70 है तो बी दसो कितना होगा। तो इथे तुसी वैल्यू पुट करोगे a = 70 डिग्री, b दी वैल्यू फाइंड कर लोगे इथों किवें। b दी वैल्यू क्या आ गई 180, ए 70 इधर आ गया माइनस तो 110 आ गया, b दी वैल्यू 110। तो ये लीनियर पेयर दी प्रॉपर्टी याद होनी चाहिए सानू। लीनियर पेयर प्रॉपर्टी याद है मतलब सरल कोण दी प्रॉपर्टी याद है। एक लाइन इसते एंगल जो बनता है स्ट्रेट एंगल बनता है। हुण देखो ये दो लाइंस है, ठीक है, ये कट कर रही है एस पॉइंट पे। ये दा नाम मान लो L1, ये दा मान लो L2। ये दो लाइनें L1 एंड L2 ये किसी एक पॉइंट पे कट कर रही हैं। ता आ वाला एंगल थानू कह दूंगा कि आ वाला एंगल हैगा ਤੁਹਾਡੇ ਕੋਲ 50 डिग्री, मानो कि चलो 50 डिग्री है, ठीक है। ये 50 डिग्री एंगल है तो आ एंगल कितने दूंगा, क्योंकि ये स्ट्रेट एंगल बना रहे, स्ट्रेट एंगल बना रहे हैं तो ए 50 दा ए कितने दा होगा, ऑब्वियसली ए 130 दा होना चाहिए, ताही ता 180 बनूगा ना इनका सम, ठीक है। ए 130 दा हो गया ते आ भी फिर देखो आ भी एंगल बना रहे हैं, आ भी स्ट्रेट एंगल है, आ 30 दा ता कितने दा होगा 50 दा होगा कि नहीं होगा। तुसी कहोगे होगा, क्योंकि ए भी तो 180 बना रहे हैं ना, ते आ वाली चीज 180 बन गई, ए वाली चीज की बन गई 180 बन गई, ते ए भी 180 बन गई, तो इथों मैं एंगल फाइंड कर लिया। तो हुण देखो आ भी तो 180 बना रहे हैं ना, आ भी तो 180 बना रहे हैं, ते ए 50 है ते कितना जो 130। हुण मैनू एक गल क्लियर हो गई कि जेड़ा एंगल ए सी उन्ना ही एंगल ए है, जिन्ना एंगल ए सी उन्ना ही एंगल ए है। ਇਹਦਾ मतलब ਜਦੋਂ कोई दो लाइंस आपस ਵਿੱਚ कट करदियां दो स्ट्रेट लाइन, याद रखो एक मैं वर्ड ਤੁਹਾਨੂੰ ਹੁਣ ਦੱਸ ਰਿਹਾ ਕੀ ਹੈ स्ट्रेट लाइन। ਇਹ ਜਦੋਂ स्ट्रेट ਹੋਣਗੀਆਂ ਐਵੇਂ ਨਹੀਂਗਾ ਕਿ ਇਹ ਐਵੇਂ ਘੁੰਮ ਕੇ ਐਵੇਂ ਨਹੀਂ स्ट्रेट लाइन, ਇਹ ਪੂਰੀਆਂ ਦੋ ਲਾਈਨਸ ਬਿਲਕੁਲ स्ट्रेट ਹੋਣੀਆਂ ਚਾਹੀਦੀਆਂ। ਇਹਨਾਂ ਵਿਚਕਾਰ ਕੋਈ ਵਿੰਗ नहीं होना चाहिए, कोई डाइवर्जेंस नहीं होनी चाहिए, ठीक है। ये बिल्कुल स्ट्रेट होनी चाहिए। तो ये लाइन बिल्कुल स्ट्रेट है तो जो भी एंगल जो बननगे, मान लो कि इत्थे जेड़ा एंगल बनूगा वो इहदे ऑपोजिट एंगल होगा वो इक्वल होगा,
ਤੇ ਇਹਨਾਂ ਐਂਗਲਸ ਨੂੰ ਹੀ ਮੈਂ ਕੀ ਕਹਾਂਗਾ, ਵਰਟੀਕਲੀ ਆਪੋਜ਼ਿਟ ਐਂਗਲ। ਕੀ ਕਹਾਂਗਾ, ਵਰਟੀਕਲੀ opposite एंगल। ਹੁਣ देखो जे एंगल ए है, एंगल बी है, तो ये दो एंगल ए प्लस बी ए इक्वल टू बी होंगे, ठीक है, क्योंकि बराबर है। आ वाला एंगल सी आ डी, तो मतलब सी इज इक्वल टू डी होंगे। समझ लग रही है, क्योंकि ये वर्टिकली ऑपोजिट है, ये ऊपर ये नीचे, ये वर्टिकली ऑपोजिट है। किससे, एक वर्टेक्स ते जदों कोई पॉइंट कट करती है, वर्टेक्स, इसनु वर्टेक्स भी कह सकदा, ठीक है। ਤਾਂ वर्टिकल ऑपोजिट की प्रॉपर्टी पता लग गई। ਹੁਣ ਜਦੋਂ ਮੈਂ ਦੋ ਲਾਈਨਾਂ ਬਣਾਈਆਂ ਸੀ, ਜਦੋਂ ਮੈਂ ਦੋ ਲਾਈਨਸ ਬਣਾਈਆਂ ਸੀ ਐਵੇਂ ਕਰਕੇ, ਮੰਨ ਲਓ ਐਵੇਂ ਹੀ था, ये दो पैरेलल लाइंस है L1 एंड L2, ये दो पैरेलल लाइंस है M1 एंड M2, ये दो पैरेलल लाइंस। तो दो पैरेलल लाइंस है मतलब कंडीशन लगूगी वो एंगलों की, वर्टिकल ऑपोजिट एंगल। ये वाले जो सारे करवा रहे हैं एंगल, एक कंडीशन कदों चलूगी जब दो लाइंस आपस में पैरेलल होंगे, ठीक है। ते वो दो लाइनां बिल्कुल स्ट्रेट होंगे, उन्हां विचकार कोई डाइवर्जेंस नहीं होगी। ये कंडीशन याद रखनी है। ते देखो आ वाला एंगल होगा, इथे कट करे ना, आ वाली लाइन कट कर ये स्ट्रेट लाइन है, बिल्कुल स्ट्रेट लाइन। ते आ वाली जेडी एंगल होगा वो ऐसा एंगल के बराबर होगा, क्योंकि ये वर्टिकली ऑपोजिट एंगल। आ वाला एंगल जो होगा वो किहड़े एंगल के बराबर होगा, ये होगा, क्योंकि वर्टिकल ऑपोजिट है। इनका तो कॉमन पॉइंट पे एक ही है ना, वर्टेक्स, ठीक है। ਇਹਦੇ ਵਿੱਚ ਵੀ ਐਵੇਂ ਹੀ ਹੈ, ਆ ਜਿਹੜਾ ਐਂਗਲ ਹੋਊਗਾ ਉਹ ਕਿਹਦੇ ਬਰਾਬਰ ਹੋਊਗਾ, ਇਹਦੇ ਬਰਾਬਰ ਹੋਊਗਾ, ਇਹ ਇਹਦੇ ਬਰਾਬਰ ਹੋਊਗਾ, ਇਹ ਵਾਲਾ ਇਹਦੇ ਬਰਾਬਰ ਹੋਊਗਾ, ਤੇ ਇਹ ਵਾਲਾ ਇਹਦੇ ਬਰਾਬਰ ਹੋਊਗਾ, ਇਹ ਵਾਲਾ ਇਹਦੇ ਬਰਾਬਰ ਹੋਊਗਾ, ਇਹ ਵਾਲਾ ਇਹਦੇ ਬਰਾਬਰ ਹੋਊਗਾ। ਸਮਝ ਲੱਗੀ? ਤਾਂ वर्टिकल ऑपोजिट एंगल ਦੀ ਸਮਝ ਲੱਗੀ ਕਿ ਐਂਗਲ ਕਿਵੇਂ ਫਾਈਂਡ ਕਰਨਾ। ਇਹ ਤਾਂ ਜੀ ਕੁਐਸਚਨ ਤੇ ਆਪਾਂ ਆਵਾਂਗੇ। ਹੁਣ ਤੁਸੀਂ ਪਹਿਲਾਂ वर्टिकल ऑपोजिट ਦੀ ਧਿਆਨ ਰੱਖੋ ਕੀ ਹੁੰਦੇ ਆ, ਆਪਣੇ ਟੌਪਿਕ ਕੀ वर्टिकल ऑपोजिट ਸਮਝ ਲੱਗੀ। ਹੁਣ ਮੇਰੇ ਕੋਲ ਇੱਕ ਹੋਰ ਰਹਿ ਗਿਆ, ਉਸ ਨੂੰ ਕੀ ਕਹਿਣਾ ਮੈਂ, ਦੇਖੋ ਇੱਕ ਲਾਈਨ ਯਾਰ, एक प्रॉपर्टी होर हुंदी है मेरे को कि जो आ एंगल है, आ एंगल, पहली गल तो ये दसो ये एक्सटीरियर एंगल है कि इंटीरियर एंगल, एक्सटीरियर है कि इंटीरियर है। तुसी कहोगे सर ये इंटीरियर एंगल, वेरी गुड, हाँ जी इंटीरियर एंगल है। ते जो ए वाले इको साइड ते इको ट्रांसवर्स लाइन ते जो एंगल बनते हैं अंदर वाले पासे इको साइड ते, ठीक है, इको वाले पासे एक लाइन ते दो एंगल बन गए, ਤੇ ਇਹਨਾਂ ਦਾ ਜੋ ਸਮ ਹੋਊਗਾ, ਜਿਵੇਂ ਮੰਨ ਲਓ ਕਿ ਆ ਐਂਗਲ A ਹੈ, ਆ ਐਂਗਲ B ਹੈ, ਤੇ ਜੋ ਇਹਨਾਂ ਦਾ ਸਮ ਹੋਊਗਾ ਉਹ ਕੀ ਹੋਊਗਾ, 180 ਡਿਗਰੀ ਹੋਊਗਾ, ਠੀਕ ਹੈ। ਇਹ ਕੀ ਹੈ, ਨਾ ਹੀ ਅਲਟਰਨੇਟ ਨਹੀਂ, ਸਿਰਫ ਇੰਟੀਰੀਅਰ ਐਂਗਲਸ ਹੈ। ਕਿਹੜੇ ਆ, ਇੰਟੀਰੀਅਰਸ ਐਂਗਲ, ਇੰਟੀਰੀਅਰ ਐਂਗਲਸ, ਇੰਟੀਰੀਅਰ ਐਂਗਲਸ ਉਹ ਵੀ ਕਿਹੜੇ, ਜੋ ਇੱਕ ਲਾਈਨ ਦੇ ਉੱਪਰ ਬਣ ਰਹੇ ਆ, एक लाइन दे ऊपर बन रहा ते एक साइड वाले पासे बन रहा, ये इधर मतलब ਇਹਦੀ प्रॉपर्टी याद रखन दा जो एक रूल है वो की है, ये सी बना रहे हैं, सी बन रही है ना, अल्टरनेट एक्सटीरियर इंटीरियर विच की बन रहा है, सी जेड, ਇਹਦੇ ਵਿੱਚ ਕੀ ਬਣ ਰਿਹਾ, सी बन रहा। ਤੇ ਜਿੱਥੇ ਤੁਹਾਨੂੰ सी ਦਿਖ ਜੇ ਜਦੋਂ ਲਾਈਨਸ ਪੈਰਲਲ ਹੋਵੇ, ਤੇ ਜਿੱਥੇ ਤੁਹਾਨੂੰ C ਦਿਖ ਜੇ ਉਹਦਾ ਮਤਲਬ ਤੁਸੀਂ ਦੇਖ ਲਓ ਕਿ ਉਹਨਾਂ ਜਿਹੜਾ ਐਂਗਲਸ ਦਾ ਜੋ ਸਮ ਹੋਊਗਾ ਉਹ 180 ਡਿਗਰੀ, ਠੀਕ ਹੈ। ਜੇ ਤੁਹਾਨੂੰ ਇਹ 70 ਡਿਗਰੀ ਕਿਹਾ ਦਿੰਦਾ ਹੈ ਤਾਂ ਆ ਕਿੰਨਾ ਹੋਊਗਾ, ਇਹ 70 ਡਿਗਰੀ ਹੈ ਤੇ ਆ ਕਿੰਨਾ ਹੋਊਗਾ, ਕਿਉਂਕਿ ਇਹਨਾਂ ਦਾ ਸਮ 180 ਹੁੰਦਾ, ਤਾਂ ਆ ਕਿੰਨਾ ਹੋਊਗਾ 110 ਡਿਗਰੀ। ਤਾਂ ਆਪਸ਼ਨ ਤਾਂ ਸੋਲਵ ਕਰਨ ਦੀ ਲੋੜ ਨਹੀਂ, ਬਸ ਤੁਹਾਨੂੰ ਪ੍ਰॉपर्टीज याद होनी चाहिए। समझ लगी?
हुण एक क्वेश्चन थोनू आ वाला एंगल दे देंगे, मान लो कि ए एंगल है 60 डिग्री मान लो, ठीक है। वो क्या दूंगा, फाइंड ए बी सी एक्स वाई जेड, ये सारे एंगल फाइंड करो, ये भी फाइंड करो। चलो ये सारे एंगल फाइंड करने हैं तुसीं, आ भी एंगल फाइंड करना है। ਤਾਂ ਤੁਸੀਂ ਕਿਵੇਂ ਫਾਈਂਡ ਕਰੋਗੇ, ਬਹੁਤ ਸਾਰੇ ਰੂਲ ਹੈ। ਹੁਣੇ ਮੈਂ ਤੁਹਾਨੂੰ ਸਮਝਾਇਆ ਕਿ ਆ ਵਾਲਾ ਜਿਹੜਾ ਐਂਗਲ ਹੋਊਗਾ ਆ ਕਿਹਦੀ ਆਪੋਜ਼ਿਟ ਹੈ, ਇਹ ਸਰ ਤੁਸੀਂ ਕਹੋਗੇ ਵਰਟੀਕਲ ਆਪੋਜ਼ਿਟ ਐਂਗਲ ਹੈ, ਵਰਟੀਕਲ ਆਪੋਜ਼ਿਟ ਐਂਗਲ। ਤੇ ਵਰਟੀਕਲ ਆਪੋਜ਼ਿਟ ਐਂਗਲ ਹਮੇਸ਼ਾ ਹੀ ਬਰਾਬਰ ਹੁੰਦੇ ਆ, मतलब ਇਹ 60 डिग्री एक ही होगा 60 डिग्री होगा, ठीक है। तो ਤੁਸੀਂ ਕਹੋਗੇ ਸਰ ਇਹ 180 ਬਣਾਉਂਦੇ ਆ, 180 ਬਣਾਉਂਦੇ ਆ, ਤਾਂ ਸਰ ਇਹ ਜੇ 60 डिग्री है तो आ कितना होगा 120 डिग्री होगा, क्योंकि ये सी बना रहे हैं, ठीक है। जे थानू अजे भी बिल्कुल नहीं पता लग रहा, आ देखो आ 120 है, आ वाला एंगल की है कोरस्पोंडिंग, मैं सारे रिवाइज करवा रहा, वैसे तो एक बड़े अलग अलग मेथड ਨਾਲ सॉल्व हो जाएगा, बस रिवाइज करवा रहा कि आ वाला एंगल की है, आ वाला कोरस्पोंडिंग एंगल केड़ा एंगल कोरस्पोंडिंग दा 120 डिग्री, ठीक है। तो आज कोरस्पोंडिंग 120 डिग्री है, तो ਇਹਦੇ कोरस्पोंडिंग ਹੋਰ एंगल ਕਿਹੜਾ ਹੈ, ਇਹਦੇ कोरस्पोंड ਆ वाला एंगल कितना होगा फिर दसो, आ वर्टिकल अपोजिट है, ये 120 होगा, होगा कि नहीं होगा सर, होगी ਤੁਸੀਂ होगा। जे आ 120 है आ कितना होगा दसो, आ कितना होगा, ਜਾਂ ਤਾਂ ਤੁਸੀਂ ਐਵੇਂ ਕਰੋ ਕਿ ਇਹ ਕੀ ਸਟ੍ਰੇਟ ਐਂਗਲ ਬਣ ਰਿਹਾ, ਕੀ ਬਣ ਰਿਹਾ ਸਟ੍ਰੇਟ ਐਂਗਲ ਬਣ ਰਿਹਾ, ਤੇ ਇਹ 180 ਹੈ ਤੇ ਆ ਕਿੰਨਾ ਹੋਊਗਾ, स्ट्रेट एंगल 180 ਹੁੰਦਾ ਹੈ, ਆ 120 ਹੈ ਤਾਂ ਆ ਕਿੰਨਾ ਹੋਊਗਾ, ਤੁਸੀਂ ਕਹੋਗੇ 60 डिग्री ਹੋਊਗਾ, ਇਹ ਪ੍ਰੋਬਲਮ ਹੀ ਨਹੀਂ ਹੈ। ਜੇ ਤੁਹਾਨੂੰ ਅਜੇ ਵੀ ਨਹੀਂ ਪਤਾ ਲੱਗ ਰਿਹਾ ਕਿ z ਬਣ ਰਿਹਾ ਨਾ, z ਬਣ ਰਿਹਾ, ਤੇ z ਦਾ ਆ ਜੋ ਹੋਊਗਾ ਅਲਟਰਨੇਟ ਐਕਸਟੀਰੀਅਰ ਐਂਗਲ ਉਹ ਵੀ ਤਾਂ ਬਰਾਬਰ ਹੋਣਗੇ, ਉਹ ਵੀ ਤਾਂ ਪ੍ਰੂਫ ਹੋ ਰਿਹਾ, ਸਮਝ ਲੱਗ ਰਹੀ ਹੈ। ਤੁਸੀਂ ਭਾਵੇਂ ਐਵੇਂ ਕਰ ਲਓ ਭਾਵੇਂ ਐਵੇਂ ਕਰ ਲਓ, ਤੁਹਾਨੂੰ ਸਾਰੀਆਂ ਪ੍ਰੋਪਰਟੀਆਂ ਪਤਾ ਹੋਣੀ ਚਾਹੀਦੀ, क्योंकि कई बार एग्जामिनर ਹੁੰਦਾ आ सारे क्वेश्चन नहीं दूंगा, बस ये एक दो एक्स वाई वाई जेड 3x 3y ਐਵੇਂ ਦਊਗਾ, तो ਤੁਹਾਨੂੰ ਸਾਰੀ ਚੀਜ਼ਾਂ ਪਤਾ ਹੋਣਗੀਆਂ ਤਾਂ ਹੀ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਹੁਣ ਦੇਖੋ ਇੱਕ ਤਾਂ ਪ੍ਰੋਪਰਟੀ ਇਹ ਲੱਗ ਗਈ ਕਿ ਇਹ z ਬਣ ਰਿਹਾ ਸੀਗਾ, z ਬਣ ਰਿਹਾ ਸੀ ਤਾਂ 60 ਆ 60 ਐਵੇਂ ਹੋ ਜਾਂਦਾ। ਇੱਕ ਪ੍ਰੋਪਰਟੀ ਮੈਨੂੰ ਪਤਾ ਕਿ ਆ 180 ਡਿਗਰੀ ਹੁੰਦਾ ਇੱਕ ਲਾਈਨਸ ਤੇ ਐਂਗਲ, ਤੇ 120 ਆ 60 ਹੋਣਾ ਸੀ, ਤੇ ਆ ਆਪੋਜ਼ਿਟ ਹੈਗਾ ਹੀ ਹੈ, ਇਹ ਆਪੋਜ਼ਿਟ ਹੈ ਤਾਂ ਕਿੰਨਾ ਬਣ ਜਾਊਗਾ 60 डिग्री। ਜੇ ਤੁਹਾਨੂੰ ਨਹੀਂ ਪਤਾ ਆ 90 डिग्री 180 डिग्री ਬਣ ਰਿਹਾ, ਸੌਰੀ 180 डिग्री ਬਣ ਰਿਹਾ ਤਾਂ ਵੀ ਤਾਂ 60 ਹੋਊਗਾ ਜੇ 120 ਹੈ, ਠੀਕ ਹੈ। ਤੁਸੀਂ ਜਿਵੇਂ ਮਰਜ਼ੀ ਕਰ ਲਓ, ਉਹ ਤੁਹਾਡੇ ਤੇ ਆ 120 ਹੈ ਤਾਂ ਵੀ 120 ਹੋਊਗਾ, ਤਾਂ ਸਾਰੇ ਐਂਗਲ ਨਿਕਲ ਗਏ, ਠੀਕ ਹੈ। ਤਾਂ ਇਹ ਤੁਸੀਂ ਸੀਗੀਆਂ ਐਂਗਲਸ ਦੀਆਂ ਪ੍ਰੋਪਰਟੀਆਂ। क्वेश्चन ਆਪਾਂ ਕੱਲ ਡਿਸਕਸ ਕਰਾਂਗੇ, ਕੱਲ मतलब ਨੈਕਸਟ ਜੋ ਵੀ ਵੀਡੀਓ ਆਪਾਂ ਬਣਾਵਾਂਗੇ ਉਹਦੇ ਵਿੱਚ ਕੁਐਸਚਨ ਡਿਸਕਸ ਕਰਾਂਗੇ। ਅੱਜ ਆਪਣਾ ਸਿਰਫ ਮੇਨ ਮੋਟਿਵ ਕੀ ਹੈ ਕਿ ਆਪਾਂ ਅੱਜ ਸੇ ਬੇਸਿਕ ਹੀ ਕਰਨਾ, ਤੁਹਾਨੂੰ ਅੱਜ ਬੇਸਿਕ ਹੀ ਕਰਵਾਉਣਾ। ਤਾਂ ਬੇਸਿਕ ਵਿੱਚ ਲਾਈਨਸ ਐਂਡ ਐਂਗਲ ਵਿੱਚ ਮੈਂ ਤੁਹਾਨੂੰ ਐਂਗਲਸ ਦੱਸਿਆ ਕਿ ਬਾਕੀ, ਤੇ ਇੱਕ ਮੈਂ ਹੋਰ ਚੀਜ਼ ਤੁਹਾਨੂੰ ਇਹ ਤਾਂ ਪਤਾ ਹੋਊਗਾ ਐਕਿਊਟ ਐਂਗਲ ਆਬਟਿਊਸ ਐਂਗਲ, ਇਹ ਤਾਂ ਸਾਰੇ ਪਤਾ ਹੋਣਗੇ। ਜੇ ਨਹੀਂ ਪਤਾ ਇੱਕ ਵਾਰੀ ਮੈਂ ਤੁਹਾਨੂੰ ਰੀਕੈਪ ਕਰਵਾ ਦੇਣਾ ਕਿਹੜੇ ਕਿਹੜੇ ਹੁੰਦੇ ਸੀ ਐਂਗਲਸ। देखो पहला तो एक गल ध्यान रखो कि एडजेसेंट एंगल केड़े हुंदे आ, एडजेसेंट एंगल्स किन्नू कहांगे, एडजेसेंट हुंदे आ कि मान लो कि आ वाला एंगल आ दो साइड्स है, ਇਹਦੇ ਵਿਚਕਾਰ ਇੱਕ ਹੋਰ ਕਾਮਨ ਸਾਈਡ ਹੈ ਇਹ ਵਾਲਾ, ठीक है। आ दो साइडा दे विचकार एक कॉमन साइड है ए वाली, ते जो एंगल 1 एंड एंगल 2 होंगे वो एडजेसेंट एंगल होंगे। एडजेसेंट एंगल दी प्रॉपर्टी की है फर्स्ट कि एक जो साइड है वो कॉमन होनी चाहिए, वन साइड जो है वो कॉमन होवे,
ठीक है। दूसरी प्रॉपर्टी की है कि आ वाली दो अदर साइड्स है, अदर साइड वो उस एंगल ਨੂੰ टच करनी चाहिए, आ वाले एंगल्स ਨੂੰ टच करनी चाहिए ते कॉमन नहीं होनी चाहिए, नॉट कॉमन। ते ए 1 ਤੇ 2 ਐਂਗਲ ਇਹ ਰੈਗੂਲਰ ਐਂਗਲ ਹੈ ਨਾ, ਇੱਕ ਇੱਥੇ ਹੈ ਇੱਥੇ ਦੂਆ, ਇਹ ਰੈਗੂਲਰ ਐਂਗਲ ਹੈ, ਐਵੇਂ ਨਹੀਂਗਾ ਕਿ ਐਂਗਲ ਦੋ ਇੱਥੇ ਵੀ ਗਿਰ ਪਿਆ, ਤੇ ਰੈਗੂਲਰ ਐਂਗਲ ਵੀ ਹੋਣੀ ਚਾਹੀਦੀ ਹੈ, ਇੱਕ ਸਾਈਡ ਕਾਮਨ ਹੋਣੀ ਚਾਹੀਦੀ ਹੈ, ਤੇ ਇਹ ਵਾਲੇ ਕਿਹੜੇ ਹੁੰਦੇ ਆ ਐਡਜਸਟੈਂਟ, ਜਿਵੇਂ ਮੰਨ ਲਓ ਕਿ ਆਹ ਵਾਲਾ ਐਂਗਲ 1 ਐਂਡ ਐਂਗਲ 2, ਤੇ ਇੱਕ ਸਾਈਡ ਕਾਮਨ ਹੈ, ਆ ਐਂਗਲ 1 ਐਂਡ ਐਂਗਲ 2 ਐਡਜਸਟੈਂਟ ਹੋਣਗੇ, ਤੁਸੀਂ ਕਹੋਗੇ ਹਾਂਜੀ ਹੋਣਗੇ, ਤੇ ਦੱਸੋ ਇੱਥੇ ਬਣਾਵਾ एंगल 1 एंड एंगल 2 कि ए एंगल एडजेसेंट एंगल है, बोलो कि ए एंगल एडजेसेंट है, कहोगे क्योंकि रेगुलर है नहीं, ना ही एक कॉमन इन्हां विचकार कोई कॉमन साइड है नहीं है। जदों आ वाला एंगल 2 ਇੱਥੇ ਹੁੰਦਾ ਤਾਂ ਇਹ एडजेसेंट एंगल ਹੁੰਦੇ, क्योंकि इन्हां ਦੇ ਵਿਚਕਾਰ एक कॉमन साइड है, ये रेगुलर एंगल है, रेगुलर मतलब ये लगातार आ रहा है, ही ये एडजेसेंट एंगल प्रॉपर्टी शो कर, एडजेसेंट एंगल समझा है। तो नेक्स्ट तो मैं रिकैप करवाना सीगा कि जो लेस देन 90 डिग्री हुंदा है, लेस देन 90 ये केड़ा हुंदा 90 डिग्री दा एंगल पूरा स्ट्रेट एवें, ये केड़ा हुंदा 90 डिग्री, जो 90 डिग्री दा एंगल हुंदा है उसनु मैं कहना राइट एंगल, राइट एंगल पंजाबी च कहंदे आ समकोण, समकोण जो लेस देन 90 डिग्री, लेस देन 90 डिग्री हुंदा है, मतलब 90 तो घट, देखो इत्थे तो 0 डिग्री होगा, 0 तो ही स्टार्ट होना ना कोई एंगल, 0 तो कोई स्टार्ट होया एवें 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 90 डिग्री, ये 90 डिग्री दा एंगल है, पर 90 तो घट मतलब इत्थों 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 इत्थे तक 90 नहीं पर 90 तो घट आ वाले उन्हां नूं कहांगा एक्यूट एंगल, एक्यूट एंगल पंजाबी च कहने न्यून कोण, पंजाबी च की कहांगे न्यून कोण, जो लेस देन 90 डिग्री है, मोर देन 90 डिग्री, मोर देन 90 डिग्री बट लेस देन 180 डिग्री उसनु कहांगे ऑब्ट्यूज एंगल, ऑब्ट्यूज एंगल पंजाबी विच अधिक कोण, अधिक कोण जो 90 तो ज्यादा है, देखो आ स्ट्रेट लाइन है ते ए 90 है ते आ भी तो 90 डिग्री ही होगा, स्ट्रेट लाइन है आ 90 ता भी तो 90 ही होगा, ठीक है। तो इन दोनों सम 180 बनया कि नहीं बनया, इसको सर बनया, तो मतलब ए 180 डिग्री होगी यार, आ स्ट्रेट लाइन कदों बनदी है जो वन एंगल कितना हो 180 डिग्री, 180 है तो बिल्कुल है, तो इथे कितना बचेगा 180 डिग्री, तो 90 तो ज्यादा ते 180 तो घट वाले नु की कहूंगा अधिक कोण या ऑब्ट्यूज एंगल, जो 180 ते बन गया 180 नु कहूंगा स्ट्रेट एंगल, स्ट्रेट एंगल, स्ट्रेट एंगल हो गया, ते जा की कहूंगा लीनियर एंगल, लीनियर एंगल, एक लीनियर फिर करवाया सी थोड़ा याद होगा, एक होगा लीनियर एंगल, ज्यादा मैं लीनियर एंगल कहूंगा या स्ट्रेट एंगल कहूंगा, ये दो नाम, ठीक है। आगे 180 तो ज्यादा भी तो कोई एंगल होगा,
तो जो मोर देन 180 डिग्री, मोर देन 180 डिग्री ਉਹਨੂੰ ਕਹਾਂਗਾ ਮੈਂ ਰਿਫਲੈਕਸ ਐਂਗਲ, ਰਿਫਲੈਕਸ ਐਂਗਲ। मोर देन 1 ਉਹ ਕਿਵੇਂ ਹੋਊਗੀ, ਟਾਈਪ ਕਿਵੇਂ ਮੰਨ ਲਓ ਆਵੇ, ਤੇ ਇਹ ਇੱਥੇ 180 ਬਣਨਾ ਸੀ ਤੇ ਇਹ ਐਵੇਂ ਹੋਰ ਘੁੰਮ ਗਿਆ, ਐਵੇਂ ਜਾਂਦਾ ਗਿਆ ਜਾਂਦਾ ਗਿਆ ਜਾਂਦਾ ਗਿਆ ਜਾਂ 180, ਫਿਰ ਐਵੇਂ ਹੋਰ ਹੋ ਗਿਆ, ਤਾਂ ਇਹ ਬਣ ਗਿਆ ਰਿਫਲੈਕਸ ਐਂਗਲ। ਠੀਕ ਹੈ, ਤਾਂ ਫਸਟ ਕਿਹੜਾ ਐਂਗਲ ਸੀਗਾ, ਰਾਈਟ ਐਂਗਲ, ਫਿਰ ਲੈਸ ਦੇਨ 2, ਫਿਰ 3 टाइप, फिर 4, फिर 5। ठीक है, ਤਾਂ ਦੇਖੋ ਜਦੋਂ ਪੂਰਾ ਇੱਕ ਚੱਕਰ ਹੋ ਜਾਂਦਾ ਹੈ ਉਦੋਂ ਕੀ ਬਣ ਜਾਂਦਾ ਹੈ, ਹੈਲੋ 360 ਡਿਗਰੀ। ਠੀਕ ਹੈ, ਹੈਲੋ ਉਦੋਂ ਕੀ ਬਣ ਜਾਂਦਾ ਹੈ 360 ਡਿਗਰੀ। ਤਾਂ ਇਹ ਇੱਕ ਪੂਰਾ ਸਰਕਲ ਹੈ, ਸਰਕਲ ਪੂਰਾ ਮਤਲਬ ਪੂਰਾ ਐਂਗਲ ਐਵੇਂ ਇੱਥੋਂ ਚੱਲਿਆ, ਇੱਥੋਂ ਚੱਲਦਾ 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 ਇੱਥੇ ਪਹੁੰਚ ਗਿਆ ਤੇ ਬਣ ਗਿਆ 360 डिग्री। तो पूरा एंगल जो तो बन गया 360 डिग्री। ठीक है, फुल एंगल इनको भी कहांगे फुल एंगल। हुन अगे आ जाओ, एंगल दी टाइप्स होगी थानू, एंगल दी टाइप हो गया, फिर उस तो बाद ਆਪਾਂ ਕਰਾਂਗੇ ਇੱਕ ਐਂਗਲ ਦੀ ਇੱਕ ਹੋਰ ਟਾਈਪ ਰਹੇਗੀ, ਉਹ ਹੈ ਕੰਪਲੀਮੈਂਟਰੀ ਐਂਗਲ ਐਂਡ ਸਪਲੀਮੈਂਟਰੀ ਐਂਗਲ। कंप्लीमेंट्री एंगल एंड सप्लीमेंट्री एंगल, एक ही चीज होगी कंप्लीमेंट्री एंगल एंड सप्लीमेंट्री। ਇਹਦੇ ਵਿੱਚ ਦੇਖੋ ਕੰਪਲੀਮੈਂਟਰੀ ਦੀ ਪਹਿਲਾਂ ਗੱਲ ਕਰਦੇ ਹਾਂ, ਕੰਪਲੀਮੈਂਟਰੀ ਐਂਗਲ ਇਹਦੇ ਵਿੱਚ ਕੀ ਹੁੰਦਾ कि दो कोण है, मान लो ए डिग्री ते बी डिग्री। कंप्लीमेंट्री का मतलब है कि उन्हां दोनों कोणां दा जोड़ 90 डिग्री होना चाहिए, इन्हों की कहांगा कंप्लीमेंट्री एंगल। ठीक है, की कहांगा जो दो एंगल्स होंगे, दो एंगल गिवन होंगे, उन्हां दा जो सम होगा वो 90 डिग्री के बराबर होना चाहिए, उन्हों की कहना है कंप्लीमेंट्री एंगल। फॉर एग्जांपल मान लो देखो 90 डिग्री तो इतना ही बनूगा, 90 डिग्री तो यही बनूगा। ठीक है, हुन 90 डिग्री दी थां ते एडजस्टेंट एंगल दे दूंगा, एडजस्टेंट करवा रखा होगा। मान लो कि ए वाला एंगल है वो है 30 डिग्री। ठीक है, तो दोस्तों एक 30 डिग्री दा कंप्लीमेंट्री एंगल केड़ा होगा, 30 डिग्री दा कंप्लीमेंट्री एंगल कितना होगा, बोलो। तुसी कहोगे क्योंकि एंगल ए मान लो कि 30 डिग्री है, तो एंगल ए प्लस एंगल बी 90 डिग्री हुंदा कंप्लीमेंट्री च, तुसी दस्सिया सीगा। हां जी, कंप्लीमेंट्री च 90 डिग्री हुंदा। तो कंप्लीमेंट्री च देखो ए कितना दिता है 30 डिग्री, ए कितना दिता है 30 डिग्री, तो बी कितना हो गया 90 माइनस 30 मतलब 60 डिग्री। ऐसे भी थानू पता लग गया कि 60 डिग्री होगा, तो 30 डिग्री दा कंप्लीमेंट्री एंगल 60 डिग्री। ठीक है, 60 डिग्री दा कंप्लीमेंट्री एंगल 30 डिग्री, वाइस वर्सा। एक रह गया सप्लीमेंट्री एंगल, सप्लीमेंट्री एंगल दो एंगल्स गिवन होंगे। ठीक है, दो एंगल ए डिग्री एंड बी डिग्री, उन्हां दा जो सम होगा, उन्हां दा जो सम होगा वो 180 डिग्री होना चाहिए, उन्हां दा जो सम होगा वो 180 डिग्री होना चाहिए। तो बिल्कुल सही है। हुन देखो आ एंगल होगा, ठीक है, ते मान लो कि आ एक लाइन है, इन्हें कट दी, कट दी भी इत्थे एंगल बन रही है, तो एक एंगल ए हो गया, आ बी हो गया। ए मान लो कि ए हैगा 80 डिग्री,
ए कितना है 80 डिग्री, ए 80 डिग्री है तो बी कितना होगा। ਤੁਸੀਂ ਕਹੋਗੇ ਸਰ ਇਹ ਕੀ ਬਣਾ ਰਹੇ ਹੈ ਕੰਪਲੀਮੈਂਟਰੀ ਐਂਗਲ ਬਣਾ ਰਹੇ ਹੈ, ਤੁਹਾਨੂੰ ਗਿਵਨ ਹੋਗਾ ਕਿ a ਐਂਡ b ਆਰ ਕੰਪਲੀਮੈਂਟਰੀ ਐਂਗਲਸ, a ਐਂਡ b ਆਰ ਸੌਰੀ ਸਪਲੀਮੈਂਟਰੀ ਐਂਗਲਸ, सप्लीमेंट्री ਦੀ ਗੱਲ ਕਰ ਰਹੇ ਨਾ सप्लीमेंट्री एंगल्स a एंड b आर सप्लीमेंट्री, मतलब ਤੁਸੀਂ ਮਿੰਟੋ ਮਿੰਟ ਦੱਸ ਰਹੇ ਕਿ ਦੋਨਾਂ ਦਾ ਜੋ ਸਮ ਹੋਗਾ वो 180 डिग्री ਤਾਂ a ਕਿੰਨਾ ਹੈ 80 डिग्री ਤਾਂ b ਕਿੰਨਾ ਆ ਜਾਊਗਾ 100 डिग्री, 100 डिग्री आ जाएगा ना, 80 इधर लेके जाओगे माइनस हो जाएगा तो b कितना बन जाएगा 100 डिग्री। ता ता a दा कंप्लीमेंटरी एंगल की होगा b ते b दा कंप्लीमेंटरी एंगल होगा a, मतलब 80 डिग्री दा कंप्लीमेंटरी एंगल 100 डिग्री ते 100 डिग्री दा कंप्लीमेंटरी एंगल 80 डिग्री। एक क्वेश्चन नु समझो तुसी, क्वेश्चन दी लैंग्वेज नु समझना, कंप्लीमेंटरी एंगल ते सप्लीमेंटरी एंगल बहुत बार यूज करते ज्योमेट्री विच खास कर। तो एक क्वेश्चन करदा, देखो क्वेश्चन है मेरे को, द सप्लीमेंटरी एंगल ऑफ k इज ए वाली वैल्यू है एंड द कॉम्प्लीमेंटरी एंगल ऑफ k इज 6m, व्हाट इज k। तो क्वेश्चन देखो ਇਹ कह रहे सप्लीमेंटरी एंगल, तो थानू मैं सप्लीमेंटरी एंगल दस्या ਇਹ ਤੁਹਾਡੇ एग्जाम ਚ ਆਇਆ ਹੋਇਆ क्वेश्चन है ਤਾਂ करवाया। द सप्लीमेंटरी एंगल ऑफ k इज k, ਤਾਂ ਤੁਹਾਨੂੰ ਪਤਾ ਹੈ ਕਿ सप्लीमेंटरी एंगल ਕੀ ਹੁੰਦੇ ਆ 180 डिग्री ਹੁੰਦਾ, मतलब k ਦਾ सप्लीमेंटरी एंगल ਕਿਹੜਾ ਹੈ a ਤੇ ਇਹਦਾ सप्लीमेंटरी एंगल ਕਿਹੜਾ ਹੈ a, ਤਾਂ k डिग्री ਛੱਡੋ ਇਹਨੂੰ 12m + 4 डिग्री के दी वैल्यू फाइंड करनी है, ठीक है, एदा 180 डिग्री है, समझ लग रही है। ते कॉम्प्लीमेंटरी एंगल ऑफ के, कॉम्प्लीमेंटरी एंगल ऑफ एक के कॉम्प्लीमेंट किदा 6 था, ता ए कितना आ गया 90 डिग्री, के कॉम्प्लीमेंट डिग्री कॉम्प्लीमेंट है 6m दा, ते मतलब ये दोनों कॉम्प्लीमेंटरी एक दूसरे दे, ता उन्हां दा मैनू पता ऐड कितना होगा 80 डिग्री, कॉम्प्लीमेंटरी है ना 90 डिग्री होगा ते ਇਹਦਾ 180 डिग्री होगा। ਤੇ ਹੁਣ ਇਥੋਂ k ਦੀ ਵੈਲਿਊ ਸੋਲਵ ਕਰਨੀ ਹੈ, k ਦੀ ਵੈਲਿਊ ਫਾਈਂਡ ਕਰਨੀ ਹੈ ਤਾਂ ਕਿਵੇਂ ਕਰੂੰਗਾ ਬੋਲੋ, k ਦੀ ਵੈਲਿਊ ਫਾਈਂਡ ਕਰਨੀ ਹੈ ਤਾਂ ਕਿਵੇਂ ਕਰੂੰਗਾ, ਤੁਸੀਂ ਜਿਹੜਾ ਮਰਜ਼ੀ ਮੈਥਡ ਲਾ ਲਓ। ਮੈਂ ਕੀ ਕਰਦਾ, ਮੈਂ ਕਰਦਾ ਕਿ ਆਹ ਦੇਖੋ k ਬਸ ਸੋਲਵ ਹੀ ਤਾਂ ਕਰਨਾ ਹੈ ਇਹਨੂੰ, ਤਾਂ ਇਹਨੂੰ ਮੈਂ ਬ੍ਰੈਕਟ ਨੂੰ ਹਟਾ ਦਾਂ ਤੇ ਇਹ 4 ਇਧਰ ਚਲਾ ਜਾਊਗਾ ਤੇ k + 12 ਐਵੇਂ ਰਹਿ ਜਾਊਗਾ, ਤੇ 4 ਜਦੋਂ ਇਧਰ ਜਾਊਗਾ ਤਾਂ 176 ਰਹਿ ਜਾਊਗਾ, ਤੇ ਜਦੋਂ k ਵੀ ਇਧਰ ਜਾਊਗਾ ਤੇ ਇਹ ਮਾਈਨਸ ਹੋ ਜਾਊਗਾ k ਇਧਰ ਜਾ ਕੇ, ਤਾਂ m ਜਦੋਂ इधर जाऊंगा m की वैल्यू की आ गई 12, समझ लग रही है, m की वैल्यू आ गई 12, इधरों m की वैल्यू कितनी आ जाएगी k + 6m = 90, ता 6m 90 - k, ये 6 इधर नीचे चला जाएगा, ये चीज बन गई, ठीक है, 90 - k/6, ਤੇ m ਦੀ ਵੈਲਿਊ a ਹੈ, m ਦੀ ਵੈਲਿਊ a ਹੈ, ਇਹਨਾਂ ਦੋਨਾਂ ਨੂੰ ਕੰਪੇਅਰ ਕਰ ਦੋ, 90 - k/6, 90 - k/6, 90 - k/6, ਹੁਣ ਦੇਖੋ ਇਹਨੂੰ ਕੱਟ ਦੋ ਤੇ ਇੱਥੇ 2 ਤੇ ਕੱਟਿਆ ਗਿਆ, ਹੁਣ ਇਹਨੂੰ ਕ੍ਰਾਸ ਮਲਟੀਪਲਾਈ ਕਰ ਦੋ, ਇਹਨੂੰ ਕ੍ਰਾਸ ਮਲਟੀਪਲਾਈ ਇੱਥੇ ਤਾਂ 1 ਹੀ ਬਣ ਗਿਆ, ਇਹ 196/k - k, ਇਹ ਤਾਂ 190 - 2k, ਤੇ ਜਦੋਂ ਇੱਧਰ ਜਾਊਗਾ ਤੇ ਕੀ ਹੋ ਜਾਊਗਾ प्लस, ਤੇ ਇੱਧਰ ਆ ਗਿਆ 4, ਤਾਂ k ਦੀ ਵੈਲਿਊ 4 ਆ ਗਈ, ਤਾਂ ਮਤਲਬ k 4 डिग्री, k ਕਿੰਨਾ ਸੀ 4 डिग्री, ਸਮਝ ਲੱਗੀ। ਇਹ ਕੰਪਲੀਮੈਂਟਰੀ ਹੈ, k ਦਾ ਕੰਪਲੀਮੈਂਟਰੀ ਐਂਗਲ ਕਿਹੜਾ a, ਤੇ ਇਹਦਾ ਵੀ ਤਾਂ ਇਹੀ ਹੋਊਗਾ, ਹੁਣੇ ਮੈਂ ਤੁਹਾਨੂੰ ਦੱਸਿਆ ਕਿ ਸਪਲੀਮੈਂਟਰੀ ਦੇਖੋ a ਤੇ b, ਤੇ a ਦਾ ਸਪਲੀਮੈਂਟਰੀ ਐਂਗਲ b ਹੈ ਤੇ b ਦਾ a ਹੈ, ਤੇ ਇਹਨਾਂ ਦੋਨਾਂ ਦਾ ਸਮ ਕੀ ਹੈ 180 डिग्री, ਤਾਂ ਇਹੀ ਤਾਂ ਕੁਐਸਚਨ ਵਿੱਚ ਮਿਲਣਾ ਹੈ, ਉਵੇਂ ਹੀ ਕੰਪਲੀਮੈਂਟਰੀ ਐਂਗਲ, ठीक है। नेक्स्ट क्वेश्चन करते हैं,
जी नेक्स्ट क्वेश्चन है अपना, फाइंड द रेशियो ऑफ सप्लीमेंट्री एंगल एंड कॉम्प्लीमेंट्री एंगल 40 डिग्री। आजकल जो एग्जाम का पैटर्न है वो सिंपल इतना ज्यादा नहीं है, ठीक है, थोड़े से क्वेश्चन मॉडिफाई करके वो पाऊंगा ही पाऊंगा, ठीक है। कंपटीशन बहुत हार्ड हो गया, तो कंपटीशन हार्ड है पर अपन बेसिक तो पता ना। तब देखो, फाइंड द रेशियो ऑफ सप्लीमेंट्री एंगल एंड कॉम्प्लीमेंट्री एंगल ऑफ 40 डिग्री। तब मैंने इतना पता 40 डिग्री दा सप्लीमेंट्री एंगल निकालना है, तो सप्लीमेंट्री एंगल ਤੁਸੀਂ मान लो s, ठीक है। मैंने नहीं पता पर मैंने इतना पता ना, इतना सम की होगा सप्लीमेंट्री ਦਾ 180। ਹੁਣ ਕੰਪਲੀਮੈਂਟਰੀ 40 डिग्री ਦਾ ਕੰਪਲੀਮੈਂਟਰੀ ਐਂਗਲ ਕੀ ਹੋਊਗਾ, 40 डिग्री ਦਾ ਕੰਪਲੀਮੈਂਟਰੀ ਐਂਗਲ ਇਹਨੂੰ c मान लो, ਕੰਪਲੀਮੈਂਟਰੀ ਐਂਗਲ ਕੀ ਹੋਊਗਾ 90 डिग्री, है ना। सम ਤਾਂ 90 डिग्री ही होगा। तो ਹੁਣ मैं की निकालना है s एंड c, तो इन्हां दी रेशियो निकालनी है, ठीक है, जो जो एंगल होंगे। तो देखो सप्लीमेंट्री एंगल कितना होगा, जे इन्हां दा सम 180 है, कितना होगा 140 होगा ना, ए इधर जी माइनस चली जाएगी, तो सप्लीमेंट्री एंगल आ गया 140, मतलब 140 डिग्री सप्लीमेंट्री होगा 40 डिग्री दे 40 ਦਾ ਹੋਊਗਾ 140 डिग्री, तो ਉਹਨਾਂ ਦਾ ਸਮ 180 ਬਣ ਰਿਹਾ ਨਾ, ਬਿਲਕੁਲ ਸਹੀ ਹੈ। ਹੁਣ ਇੱਥੇ ਦੇਖੋ ਇੱਥੇ ਕਿੰਨਾ ਬਣੂਗਾ, ਇੱਥੇ ਤੁਸੀਂ ਕਹੋਗੇ ਸਰ 50 डिग्री, तो बिल्कुल सही है, ये 50 ਤਾਂ ਹੀ ਤਾਂ 90 ਬਣ ਰਿਹਾ ਨਾ ਪਲੱਸ, ਤਾਂ ਕੰਪਲੀਮੈਂਟਰੀ ਕੀ ਹੈ 50 डिग्री। ਤੇ ਇਹਨਾਂ ਦੀ ਰੇਸ਼ੀਓ ਦੱਸਣੀ ਹੈ, ਰੇਸ਼ੀਓ ਕੀ ਦੱਸਣੀ ਹੈ ਸਪਲੀਮੈਂਟਰੀ ਦੀ, ਸਪਲੀਮੈਂਟਰੀ ਕਿੰਨਾ ਸੀ 140 ਤੇ ਕੰਪਲੀਮੈਂਟਰੀ ਕਿੰਨਾ ਸੀਗਾ, ਕੰਪਲੀਮੈਂਟਰੀ ਨੂੰ ਨਿਕਾਲਾ 50, ਤਾਂ ਇਹਨਾਂ ਨੂੰ ਕੱਟ ਦੋ 0 ਨਾਲ 0 ਗਈ 14/5, ਇਹ ਮੇਰਾ ਆ ਗਿਆ ਰੇਸ਼ੀਓ ਆ ਗਈ ਸਪਲੀਮੈਂਟਰੀ ਐਂਡ ਕੰਪਲੀਮੈਂਟਰੀ। ਤਾਂ ਅੱਜ ਲਈ ਆਪਾਂ ਇੰਨਾ ਹੀ ਕਰਦੇ ਹਾਂ। ਅੱਜ ਸਿਰਫ ਆਪਾਂ ਕੀ ਕੀਤਾ, ਲਾਈਨਸ ਐਂਡ ਐਂਗਲ, ਲਾਈਨਸ ਦੀ ਪ੍ਰੋਪਰਟੀ, ਐਂਗਲਸ ਕੀ ਹੁੰਦਾ, ਐਡਜਸੈਂਟ ਐਂਗਲ ਕੀ ਹੁੰਦਾ ਤੇ ਡਿਫਰੈਂਟ ਟਾਈਪਸ ਆਫ ਐਂਗਲ। ਤਾਂ ਅੱਜ ਆਪਾਂ 6 ਤੋਂ 8 ਤੱਕ ਦਾ ਜੋ ਜਿਓਮੈਟਰੀ ਦਾ ਕਨਸੈਪਟ ਆ ਉਹ ਡਿਸਕਸ ਕੀਤਾ। ਸਿਰਫ ਬੇਸਿਕ ਕੁਐਸਚਨ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ। ਤੇ ਜੋ ਮੇਰੀ ਕੋਸ਼ਿਸ਼ ਹੋਗੀ ਕਿ ਜੋ ਐਗਜ਼ਾਮ 'ਚ ਤੁਹਾਡੇ ਕੁਐਸਚਨ ਆਏ ਹੋਏ ਆ ਪੀਐਸ ਟੈਟ ਦੇ ਐਗਜ਼ਾਮ 'ਚ, ਉਹਨਾਂ ਨੂੰ ਵੀ ਡਿਸਕਸ ਕਰਾਂਗੇ। ਤਾਂ ਥੈਂਕ ਯੂ ਸੋ ਮਚ।